ਸਤਿ ਸ਼੍ਰੀ ਅਕਾਲ ਦੋਸਤੋ। ਸਾਰੇ ਵੀਰ ਜਾਣਦੇ ਆ ਕਿ ਅੱਜ ਰਤਨ ਟਾਟਾ ਜੀ ਨਹੀਂ ਰਹੇਗੇ। ਸੋ ਅੱਜ ਦੀ ਵੀਡੀਓ ਵਿੱਚ ਆਪਾਂ 1-2 ਮਿੰਟ ਗੱਲ ਉਹਨਾਂ ਉੱਤੇ ਕਰਨੀ ਹੈ। ਫਿਰ ਉਸ ਤੋਂ ਬਾਅਦ ਆਪਾਂ 2 ਟਾਟਾ ਕੰਪਨੀ ਦੇ ਸਟਾਕਸ ਦੀ ਗੱਲ ਕਰਨੀ ਹੈ ਜਿਨ੍ਹਾਂ ਨੂੰ ਮੈਂ ਖੁਦ ਅਕਿਊਮੂਲੇਟ ਕਰ ਰਿਹਾ। ਆਪਾਂ ਉਹਨਾਂ ਦੇ ਬਿਜ਼ਨਸ ਮਾਡਲ ਦੀ ਗੱਲ ਕਰਾਂਗੇ, ਫੰਡਾਮੈਂਟਲ ਦੀ ਗੱਲ ਕਰਾਂਗੇ ਅਤੇ ਟੈਕਨੀਕਲ ਦੀ ਗੱਲ ਕਰਾਂਗੇ ਕਿ ਇਹ ਸਟਾਕਸ ਕਿੱਥੇ ਸਟੈਂਡ ਕਰ ਰਹੇ ਨੇ। ਟੋਟਲੀ ਤੁਹਾਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕਰਾਂਗਾ। ਬਟ ਇੱਕ ਰਿਕੁਐਸਟ ਆਪਣੇ ਵੀਰਾਂ ਨੂੰ, ਇਹਨੂੰ ਟੋਟਲੀ ਇੱਕ ਐਜੂਕੇਸ਼ਨਲ ਪਰਪਸ ਤੋਂ ਹੀ ਵੇਖਣਾ। ਕਿਸੇ ਨੇ ਵੀ ਇਹਨੂੰ ਬਾਈ ਸੈਲ ਰਿਕਮੈਂਡੇਸ਼ਨ ਨਹੀਂ ਸਮਝਣਾ, ਬਿਕੋਜ਼ ਨਾ ਤਾਂ ਮੈਂ ਸੈਬੀ ਰਜਿਸਟਰਡ ਪਰਸਨ ਹੈ ਅਤੇ ਨਾ ਹੀ ਕਿਸੇ ਨੂੰ ਟਿਪ ਦੇਣਾ ਜਾਇਜ਼ ਗੱਲ ਹੁੰਦੀ ਹੈ। ਐਡ ਔਨ ਗੱਲ ਵੀ ਕਰੀਏ, ਕਈ ਵੀਰ ਸਿਰਫ ਨਾਂ ਸੁਣ ਕੇ ਸਟਾਕਸ ਦਾ ਉਹਨੂੰ ਬਾਏ ਕਰਨ ਤੁਰ ਜਾਂਦੇ ਹੈ ਅਤੇ ਬਾਅਦ 'ਚੋਂ ਜਦੋਂ ਵੀ 10-20% ਸਟਾਕ ਥੱਲੇ ਆਉਂਦਾ ਉਹਨਾਂ ਦਾ ਮਾਈਂਡ ਸੈਟਅਪ ਇਹੀ ਕਹਿੰਦਾ ਕਿ ਅਸੀਂ ਗਲਤ ਸਟਾਕ ਚੁਣ ਲਿਆ, ਬਿਕੋਜ਼ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੰਪਨੀ ਬਾਏ ਕਿਉਂ ਕੀਤੀ ਹੈ। ਉਹ ਜਿਹੜੇ ਇਨਫਲੂਐਂਸਰ ਨੇ ਉਹਦਾ ਨਾਮ ਲਿਆ, ਬਿਜ਼ਨਸ ਮਾਡਲ ਦੀ ਗੱਲ ਕੀਤੀ, ਫੰਡਾਮੈਂਟਲ ਦੀ, ਉਹਨਾਂ ਨੇ ਉਹ ਬਿਲਕੁਲ ਨਹੀਂ ਸੁਣੇ ਹੁੰਦੇ ਅਤੇ ਉਹ ਸਿਰਫ ਅਤੇ ਸਿਰਫ ਆਪਦੇ ਆਸਪੈਕਟ ਤੋਂ ਆਪਣੀ ਸੋਚ ਲੈ ਕੇ ਉਹਨੂੰ ਬਾਏ ਕਰ ਲੈਂਦੇ ਆ। ਉਹਨਾਂ ਨੂੰ ਇਹ ਨਹੀਂ ਪਤਾ ਉਹ ਲੌਂਗ ਟਰਮ ਦਾ ਵਿਜ਼ਨ ਲੈ ਕੇ ਬਾਏ ਕੀਤਾ, ਸ਼ਾਰਟ ਟਰਮ ਦਾ ਵਿਜ਼ਨ ਲੈ ਕੇ ਬਾਏ ਕੀਤਾ ਹੈ, ਕੋਈ ਪੋਜੀਸ਼ਨਲ ਟਰੇਡ ਬਣਾਈ ਹੈ, ਕੋਈ ਪੈਟਰਨ ਟਰੇਡ ਬਣਾਈ ਹੈ ਜਾਂ ਇਨਵੈਸਟਮੈਂਟ ਕੀਤੀ ਹੈ। ਉਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ, ਉਹਨਾਂ ਨੂੰ ਸਿਰਫ ਸਟਾਕਸ ਦੇ ਨਾਂ ਚਾਹੀਦੇ ਆ। ਮੈਂ ਚਾਹੁੰਦਾ ਕਿ ਆਪਣੇ ਵੀਰ ਕਦੇ ਵੀ ਅਜਿਹੇ ਨਾ ਬਣਨ। ਪਹਿਲਾਂ ਐਜੂਕੇਸ਼ਨ ਲੈਣ, ਖੁਦ ਚੀਜ਼ਾਂ ਨੂੰ ਐਨਾਲਿਸਿਸ ਕਰਨ, ਸਮਝਣ, ਫਿਰ ਉਹ ਸਟਾਕਸ ਵਿੱਚ ਕੋਈ ਵੀ ਐਕਸ਼ਨ ਲੈਣ। ਜੇ ਤੁਸੀਂ ਕੋਈ ਵੀ ਐਕਸ਼ਨ ਲੈਣਾ ਚਾਹੁੰਦੇ ਹੋ, ਪਹਿਲਾਂ ਆਪਣੀ ਰਿਸਰਚ ਕਰ ਲਿਓ ਜਾਂ ਕਿਸੇ ਵੀ ਆਪਣੀ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਹੈਲਪ ਲੈ ਲਿਓ, ਫਿਰ ਤੁਸੀਂ ਇਹਨਾਂ ਸਟਾਕਸ ਵਿੱਚ ਕੋਈ ਵੀ ਐਕਸ਼ਨ ਲੈਣਾ। ਠੀਕ ਹੈ ਜੀ। ਸੋ ਕੋਸ਼ਿਸ਼ ਕਰਾਂਗਾ ਆਪਣੇ ਵੀਰਾਂ ਨੂੰ ਇਹ ਚੀਜ਼ਾਂ ਸਮਝਾਉਣ ਦੀ। ਉਸ ਤੋਂ ਪਹਿਲਾਂ ਆਪਾਂ ਗੱਲ ਕਰੀਏ 2 ਮਿੰਟ ਰਤਨ ਟਾਟਾ ਜੀ ਦੀ, ਜੋ ਕਿ ਵਨ ਆਫ ਦਾ ਬਿਗੈਸਟ ਬਿਜ਼ਨਸਮੈਨ ਰਹੇ ਨੇ। ਅੱਜ ਪੂਰੇ ਹੋ ਗਏ ਨੇ। 2017 ਤੱਕ ਉਹਨਾਂ ਨੇ ਟਾਟਾ ਦੀ ਕੰਪਨੀ ਨੂੰ ਚਲਾਇਆ ਹੈ। ਜੇ ਗੱਲ ਕਰੀਏ ਉਹਨਾਂ ਦੀ ਬਾਕੀ ਬਿਜ਼ਨਸਮੈਨਸ ਨਾਲ ਮੈਂ ਕੋਰਿਲੇਟ ਕਰਾਂ, ਉਹ ਇੱਕ ਡਿਫਰੈਂਟ ਲੈਵਲ 'ਤੇ ਸੀ, ਬਹੁਤ ਉੱਤੇ ਸੀ। ਅੰਬਾਨੀ ਅਡਾਨੀ ਦੀ ਗੱਲ ਕਰੀਏ, ਇਹਨਾਂ ਤੋਂ ਕਾਫੀ ਉਤਲੇ ਲੈਵਲ 'ਤੇ ਰਹੇ ਨੇ। ਉਤਲੇ ਲੈਵਲ ਦੀ ਆਪਾਂ ਗੱਲ ਕਿਉਂ ਕਰ ਰਹੇ ਹਾਂ? ਕਿਉਂਕਿ ਇਹਨਾਂ ਦੇ ਐਥਿਕਸ ਦੀ ਗੱਲ ਕਰ ਰਿਹਾ ਮੈਂ ਇੱਥੇ। ਕਿਉਂਕਿ ਇਹਨਾਂ ਨੇ ਹਮੇਸ਼ਾ ਪ੍ਰਾਇਓਰਟੀ, ਕਹਿ ਲਓ ਕਿ ਪੈਟਰੀਓਟ ਪਰਸਨ ਰਹੇ ਆ, ਦੇਸ਼ ਦੇ ਪ੍ਰਤੀ ਰਹੇ ਆ। ਇਹਨਾਂ ਨੇ ਪੈਸੇ ਨਾਲੋਂ ਜ਼ਿਆਦਾ ਕਹਿ ਲਓ ਕਿ ਲੋਕਾਂ ਦੇ ਹਿੱਤ ਵੇਖੇ ਆ, ਲੋਕਾਂ ਦੇ ਵੈਲਫੇਅਰ ਵੇਖੇ ਆ ਕਿ ਮੈਂ ਲੋਕਾਂ ਲਈ ਕੰਮ ਕਰਨਾ। ਠੀਕ ਹੈ। ਬਾਕੀ ਬਿਜ਼ਨਸਮੈਨ ਉਸ ਲੈਵਲ ਦੇ ਕਦੇ ਮੈਨੂੰ ਦਿਖੇ ਨਹੀਂ ਗਏ। ਠੀਕ ਹੈ ਕਿ ਕਦੇ ਕੁਛ ਚੀਜ਼ਾਂ ਫ੍ਰੀ ਆ ਜਾਂਦੀਆਂ, ਬਾਅਦ 'ਚ ਉਦੋਂ ਹੀ ਡਬਲ ਟ੍ਰਿਪਲ ਚਾਰਜ ਲਾ ਕੇ ਲੋਕਾਂ ਤੋਂ ਸਾਰੇ ਪੈਸੇ ਲੈ ਜਾਂਦੇ। ਬਟ ਰਤਨ ਟਾਟਾ ਜੀ ਕਦੇ ਵੀ ਇੱਦਾਂ ਦੇ ਨਹੀਂ ਰਹੇਗੇ। ਉਹਨਾਂ ਨੇ ਹਮੇਸ਼ਾ ਹੀ ਲੋਕਾਂ ਬਾਰੇ ਸੋਚਿਆ। ਜੇ ਗੱਲ ਕਰੀਏ, ਬੜੇ ਵਿਜ਼ਨਰੀ ਵੀ ਰਹੇ ਨੇ। ਆਪਣੇ ਟਾਈਮ 'ਤੇ ਉਹਨਾਂ ਨੇ ਟਾਟਾ ਨੈਨੋ ਕਾਰ ਵੀ ਲਾਂਚ ਕੀਤੀ ਸੀ। ਉਹਨਾਂ ਨੇ ਇਹ ਸੋਚ ਕੇ ਲਾਂਚ ਕੀਤੀ ਸੀ ਕਿ ਜਿਹੜੇ ਇੰਡੀਆ ਦੇ ਲੋਕ ਨੇ, ਜਿਨ੍ਹਾਂ ਕੋਲ ਕਹਿ ਲਓ ਮੋਟਰਸਾਈਕਲਾਂ 'ਤੇ ਰਹਿੰਦੇ ਨੇ, ਭਾਵੇਂ ਹਨੇਰੀ ਹੈ, ਝੱਖੜ ਹੈ, ਮੀਂਹ ਹੈ, ਉਹਨਾਂ ਨੂੰ ਸਫ਼ਰ ਕਰਨੇ ਪੈਂਦੇ ਨੇ, ਦਿੱਕਤ ਆਉਂਦੀ ਹੈ। ਠੀਕ ਹੈ। ਸ਼ਹਿਰਾਂ ਵਿੱਚ ਦਿੱਕਤ ਆਉਂਦੀ ਹੈ, ਪਿੰਡਾਂ ਵਿੱਚ ਦਿੱਕਤ ਆਉਂਦੀ ਹੈ। ਉਹਨਾਂ ਲਈ ਇੱਕ ਅਜਿਹੀ ਕਾਰ ਲਾਂਚ ਕੀਤੀ ਜਾਵੇ ਜੋ ਕਿ ਬਹੁਤ ਸਸਤੀ ਹੋਵੇ, ਅਫੋਰਡੇਬਲ ਹੋਵੇ ਅਤੇ ਲੋਕ ਉਹਨੂੰ ਰੋਜ਼ ਮੁਹਾਰੇ 'ਚ ਯੂਜ਼ ਕਰ ਸਕਣ। ਬਟ ਲੋਕਾਂ ਨੇ ਉਹਨੂੰ ਨਹੀਂ ਕਬੂਲਿਆ। ਕਿਉਂ ਨਹੀਂ ਕਬੂਲਿਆ? ਮੇਨ ਉਹ ਵੀ ਪੁਆਇੰਟ ਹੈ ਕਿਉਂਕਿ ਰਤਨ ਟਾਟਾ ਜੀ ਵੀ ਇਹ ਕਹਿੰਦੇ ਕਿ ਮੈਨੂੰ ਇਹ ਕਹਿ ਬੈਠਾ ਕਿ ਦਿਸ ਇਜ਼ ਵਨ ਆਫ ਦਾ ਮੋਸਟ ਚੀਪੈਸਟ ਕਾਰ। ਬਟ ਉਹ ਕਹਿੰਦੇ ਜਾਂ ਜੇ ਮੈਨੂੰ ਕਹਿ ਦਿੰਦਾ ਦਿਸ ਇਜ਼ ਵਨ ਆਫ ਦਾ ਮੋਸਟ ਅਫੋਰਡੇਬਲ ਕਾਰ, ਤਾਂ ਸ਼ਾਇਦ ਇਹ ਚੱਲ ਜਾਂਦੀ। ਆਪਣੇ ਲੋਕਾਂ ਦੀ ਸਾਈਕੋਲੋਜੀ ਹੈ ਕਿ ਅਸੀਂ ਸਸਤੀ ਚੀਜ਼ ਨਹੀਂ ਖਰੀਦਣੀ। ਇੱਕ ਚੀਪ ਕਾਰ 'ਚ ਬਹਿੰਦਾ ਮੈਂ ਸੋਹਣਾ ਨਹੀਂ ਲੱਗਦਾ ਗਾ, ਅਸੀਂ ਕਾਰ ਲਵਾਂਗੇ ਤਾਂ ਵਧੀਆ ਲਵਾਂਗੇ। ਬਟ ਰਤਨ ਟਾਟਾ ਜੀ ਦਾ ਵਿਜ਼ਨ ਇੱਕ ਅਲੱਗ ਸੀਗਾ ਕਿ ਹਰ ਘਰ ਵਿੱਚ ਕਾਰ ਪਹੁੰਚਾਈ ਜਾਵੇ, ਹੈ ਨਾ, ਕਿ ਜਿੱਥੇ ਮੋਟਰਸਾਈਕਲ ਦੀ ਵਰਤੋਂ ਹੁੰਦੀ ਹੈ ਉੱਥੇ ਕਾਰ ਦੀ ਵਰਤੋਂ ਹੋਵੇ ਅਤੇ ਲੋਕਾਂ ਨੂੰ ਸੌਖਾ ਹੋ ਜਾਵੇ, ਜਿੱਥੇ ਫੈਮਿਲੀ ਸਾਰੀ ਜਾ ਸਕੇ। ਬਟ ਜੇ ਗੱਲ ਕਰੀਏ ਚਾਈਨਾ ਦੀ, ਮੈਂ ਅੱਗੇ ਵੀ ਕਹਿ ਚੁੱਕਿਆ ਕਿ ਚਾਈਨਾ ਦੇ ਵਿੱਚ ਟਾਟਾ ਨੈਨੋ ਨਾਲੋਂ ਵੀ ਛੋਟੀਆਂ ਕਾਰਾਂ ਯੂਜ਼ ਹੁੰਦੀਆਂ ਨੇ। ਬਟ ਚਾਈਨਾ ਦੇ ਲੋਕ ਨੇ ਉਹ ਇਸ ਵਿਜ਼ਨ ਨਾਲ ਨਹੀਂ ਚੱਲਦੇ ਗੇ ਕਿ ਬਾਈ ਕਾਰ ਛੋਟੀ ਹੈ। ਠੀਕ ਹੈ। ਉਹਨਾਂ ਦੇ ਮਾਈਂਡ ਸੈਟਅਪ ਆਪਣੇ ਨਾਲੋਂ ਕਾਫੀ ਹੱਦ ਤੱਕ ਡਿਫਰੈਂਟ ਨੇ। ਸੋ ਰਤਨ ਟਾਟਾ ਜੀ ਦਾ ਵਿਜ਼ਨ ਸੀਗਾ ਕਿ ਲੋਕਾਂ ਦੇ ਵੈਲਫੇਅਰ ਲਈ ਇੱਕ ਅਜਿਹੀ ਕਾਰ ਲਿਆਂਦੀ ਜਾਵੇ ਜੋ ਚੀਪ ਹੋਵੇ। ਚਲੋ ਠੀਕ ਹੈ ਕਿ ਉਹ ਪ੍ਰੋਡਕਟ ਨਹੀਂ ਚੱਲਿਆ। ਐਡ ਔਨ ਗੱਲ ਕਰੀਏ, ਉਹਨਾਂ ਦੇ ਐਥਿਕਸ, ਵਿਜ਼ਨ ਵੈਸੇ ਹੀ ਬੜੇ ਸਟਰੋਂਗ ਆ। ਉਹਨਾਂ ਨੇ ਇੱਕ ਵਾਰੀ ਕੋਰਸ ਦੀ ਕੰਪਨੀ ਨੂੰ ਵੀ ਐਕਵਾਇਰ ਕੀਤਾ, ਜਿਹੜੀ ਯੂਰਪ ਦੀ ਕੰਪਨੀ ਹੈ, ਸਟੀਲ ਦੀ ਕੰਪਨੀ ਨੂੰ ਐਕਵਾਇਰ ਕੀਤਾ। ਅਤੇ ਗਲੋਬਲ ਇਕੋਨੋਮਿਕਸ ਵਿੱਚ ਜਦੋਂ ਟਰਬਲ ਆਈ ਸੀਗੀ ਤਾਂ ਕੰਪਨੀ ਦੀ ਬੜੀ ਬੁਰੀ ਹਾਲਤ ਹੋਈ ਸੀਗੀ। ਬਟ ਉਸ ਟਾਈਮ ਵੀ ਉਹਨਾਂ ਨੇ ਆਪਣੇ ਵਿਜ਼ਨਰੀ ਦਿਮਾਗ ਨਾਲ ਉਸ ਕੰਪਨੀ ਨੂੰ ਦੁਬਾਰਾ ਸਟੇਬਲ ਲੈ ਕੇ ਆਂਦਾ, ਕਿਉਂਕਿ ਉਹਨਾਂ ਦਾ ਹਮੇਸ਼ਾ ਜਿਹੜਾ ਵਿਜ਼ਨ ਰਿਹਾ ਉਹ ਹਮੇਸ਼ਾ ਲੌਂਗ ਟਰਮ ਦਾ ਰਿਹਾ। ਉਹ ਕਦੇ ਵੀ ਸ਼ਾਰਟ ਟਰਮ ਮਾਈਂਡ ਸੈਟਅਪ ਨਾਲ ਮਾਰਕੀਟ ਵਿੱਚ ਆਏ ਹੀ ਨਹੀਂ ਗਏ। ਐਡ ਔਨ ਰਤਨ ਟਾਟਾ ਜੀ ਥੋੜ੍ਹਾ ਜਿਹਾ ਰਿਸਕ ਵੀ ਲੈਂਦੇ ਰਹੇ ਆ, ਕਿਉਂਕਿ ਉਹਨਾਂ ਨੇ ਜੈਗੁਆਰ ਲੈਂਡ ਰੋਵਰ ਨਾਲ ਟਾਈ ਅਪਸ ਕਰਨੇ ਇੱਕ ਰਿਸਕੀ ਟਾਈ ਅਪ ਸੀਗੇ, ਕਿਉਂਕਿ ਐਡੇ ਵੱਡੇ ਬ੍ਰਾਂਡਸ ਨੇ, ਉਹਨਾਂ ਦਾ ਖਰਚਾ ਸਭ ਕੁਝ ਚੱਲਣਾ, ਦੇਸ਼ ਵਿੱਚ ਚਲਾਉਣਾ ਇੱਕ ਰਿਸਕ ਰਹਿੰਦਾ। ਬਟ ਉਹਨਾਂ ਨੇ ਉਹ ਰਿਸਕ ਵੀ ਲਏ ਅਤੇ ਕਾਫੀ ਚੰਗੇ ਉਹਨਾਂ ਵਿੱਚੋਂ ਰਿਜ਼ਲਟਸ ਵੀ ਨਿਕਲੇ ਨੇ। ਸੋ ਜੈਗੁਆਰ ਲੈਂਡ ਰੋਵਰ ਨੂੰ ਵੀ ਅੱਜ ਦੇ ਸਮੇਂ 'ਚ ਟਾਟਾ ਇੰਡੀਆ ਦੇ ਵਿੱਚ ਟਾਟਾ ਨੇ ਐਕਵਾਇਰ ਕੀਤਾ ਹੋਇਆ।
ਸੋ ਰਤਨ ਟਾਟਾ ਜੀ ਨੇ ਹਮੇਸ਼ਾ ਗੱਲ ਕੀਤੀ ਹੈ ਦੇਸ਼ ਦੇ ਵੈਲਫੇਅਰ ਦੀ। ਜੇ ਗੱਲ ਕਰੀਏ ਬੁਰੇ ਟਾਈਮਾਂ ਦੀ, ਭਾਵੇਂ ਕੋਵਿਡ ਦਾ ਟਾਈਮ ਆਇਆ, ਭਾਵੇਂ ਅਨਇੰਪਲੋਇਮੈਂਟ ਜਦੋਂ ਜ਼ਿਆਦਾ ਰਹੀ ਹੈ, ਉਹਨਾਂ ਨੇ ਹਮੇਸ਼ਾ ਲੋਕਾਂ ਬਾਰੇ ਸੋਚਿਆ। ਅਨਇੰਪਲੋਇਮੈਂਟ ਵਿੱਚ ਕਦੇ ਵੀ ਉਹਨਾਂ ਨੇ ਉਸ ਲੈਵਲ ਦੇ ਲੋਕਾਂ ਨੂੰ ਕਦੇ ਵੀ ਨਹੀਂ ਬਾਹਰ ਕੱਢਿਆ। ਕੋਵਿਡ ਦੇ ਟਾਈਮ 'ਚ ਬਹੁਤ ਵੱਡੀ ਰਕਮ ਡੋਨੇਟ ਕੀਤੀ, ਠੀਕ ਹੈ। ਇੰਡੀਆ 'ਚ ਕਈ ਥਾਵਾਂ 'ਤੇ ਉਹਨਾਂ ਨੇ ਬੜੀ ਵੱਡੀਆਂ ਫੰਡਿੰਗਸ ਕੀਤੀਆਂ, ਚਾਹੇ ਹੈਲਥ ਦੇ ਰਿਲੇਟਿਡ ਹੈ, ਚਾਹੇ ਸਟੱਡੀ ਦੇ ਰਿਲੇਟਿਡ ਹੈ, ਬੱਚਿਆਂ ਦੇ ਰਿਲੇਟਿਡ ਹੈ, ਵੂਮੈਨ ਦੇ ਰਿਲੇਟਿਡ ਹੈ। ਉਹਨਾਂ ਨੇ ਹਰ ਥਾਂ 'ਤੇ ਸੋਸ਼ਲ ਵੈਲਫੇਅਰ ਕੀਤਾ। ਸੋ ਇੱਕ ਕਹਿ ਲਓ ਕਿ ਬੜੇ ਵਧੀਆ ਪਰਸਨ ਰਹੇ ਹੈ, ਪੈਟਰੀਅਟ ਪਰਸਨ ਰਹੇ ਹੈ। ਸੋ ਮੇਰੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਹੈ। ਅਤੇ ਮੇਰੇ ਖਿਆਲ ਨਹੀਂ ਤਾਂ ਆਪਣੇ ਸਾਰੇ ਵੀਰਾਂ ਨੂੰ ਇੱਕ ਜਿਹੜਾ ਬੰਦਾ ਵਿਜ਼ਨਰੀ ਹੋਵੇ ਨਾ, ਇੱਕ ਜਿਹਨੇ ਇੱਕ ਬਹੁਤ ਵੱਡਾ ਬਿਜ਼ਨਸ ਸਟੈਬਲਿਸ਼ ਕੀਤਾ ਹੋਵੇ, ਠੀਕ ਹੈ। ਬਿਜ਼ਨਸ ਟਾਟਾ ਤਾਂ ਪਹਿਲਾਂ ਦਾ ਆ ਰਿਹਾ ਸੀ, ਬਟ ਇੱਕ ਸੋਚ ਉਸ ਪਰਸਨ ਦੀ ਅਜਿਹੀ ਸੀਗੀ ਕਿ ਸਾਨੂੰ ਸਾਰਿਆਂ ਨੂੰ ਉੱਥੋਂ ਕੁਛ ਨਾ ਕੁਛ ਸਿੱਖਣਾ ਚਾਹੀਦਾ। ਕਿਉਂਕਿ ਲਾਈਫ 'ਚ ਜੇ ਤੁਸੀਂ ਕੁਛ ਵੱਡਾ ਅਚੀਵ ਕਰਨਾ ਚਾਹੁੰਦੇ ਹੋ ਨਾ, ਤਾਂ ਅਜਿਹੇ ਬੰਦਿਆਂ ਤੋਂ ਹੀ ਅਸੀਂ ਐਗਜ਼ਾਮਪਲਸ ਲੈ ਕੇ ਆਪਣੀ ਲਾਈਫ ਵਿੱਚ ਕੰਮ ਕਰ ਸਕਦੇ ਹਾਂ। ਬਿਕੋਜ਼ ਵਨ ਆਫ ਦਾ ਹਾਰਡ ਵਰਕਿੰਗ, ਕਿਸੇ ਨਾਲ ਕੋਈ ਕੰਟਰੋਵਰਸੀ ਨਹੀਂ, ਸਿਰਫ ਆਪਣੇ ਕੰਮ 'ਤੇ ਫੋਕਸ ਕਰਨਾ ਅਤੇ ਲਾਈਫ ਵਿੱਚ ਬਹੁਤ ਵੱਡੀਆਂ ਚੀਜ਼ਾਂ ਅਚੀਵ ਕਰਨਾ। ਆਪਾਂ ਬਹੁਤ ਕੁਛ ਇਹਨਾਂ ਤੋਂ ਸਿੱਖ ਸਕਦੇ ਹਾਂ। ਸੋ ਵਨ ਆਫ ਦਾ ਗੁੱਡ ਪਰਸਨ ਰਹੇ ਨੇ, ਠੀਕ ਹੈ। ਅੱਜ ਉਹਨਾਂ ਦਾ ਸਮਾਂ ਪੂਰਾ ਹੋਇਆ। ਸਮਾਂ ਹਰ ਇੱਕ ਦਿਨ ਕਿਸੇ ਨਾ ਕਿਸੇ ਦਾ ਪੂਰਾ ਹੋਣਾ ਹੀ ਹੁੰਦਾ, ਹਰ ਇੱਕ ਨੇ ਦੁਨੀਆ ਤੋਂ ਜਾਣਾ ਹੈ। ਸੋ ਸਮੇਂ ਅਨੁਸਾਰ ਉਹ ਗਏ ਨੇ, ਕੋਈ ਇੱਦਾਂ ਦੀ ਗੱਲ ਨਹੀਂ ਕੋਈ ਭਾਣਾ ਵੱਡਾ ਵਰਤਿਆ, ਬਟ ਗਏ ਹੈ। ਇੱਕ ਘਾਟਾ ਤਾਂ ਪੈਂਦਾ ਹੀ ਪੈਂਦਾ। ਸੋ ਹੁਣ ਆਪਾਂ ਆਉਣੇ ਆ ਬੈਕ ਟੂ ਪੁਆਇੰਟ 'ਤੇ ਆਪਣੇ 'ਤੇ, ਜਿੱਥੇ ਆਪਾਂ ਗੱਲ ਕਰਨੀ ਹੈ ਦੋ ਸਟਾਕਸ ਬਾਰੇ ਜਿਨ੍ਹਾਂ ਦੀ ਆਪਾਂ ਟੋਟਲੀ ਤੁਹਾਡੇ ਨਾਲ ਡਿਸਕਸ਼ਨ ਕਰਨੀ ਹੈ। ਸਭ ਤੋਂ ਪਹਿਲਾ ਸਟਾਕ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਉਹ ਹੈ ਟਾਟਾ ਕੈਮੀਕਲਸ। ਟਾਟਾ ਕੈਮੀਕਲਸ ਦੀ ਗੱਲ ਕਰੀਏ ਤਾਂ ਇਹਨਾਂ ਦੇ ਕਿਹੜੇ ਪ੍ਰੋਡਕਟਸ ਨੇ। ਟਾਟਾ ਕੈਮੀਕਲਸ ਦੇ ਪ੍ਰੋਡਕਟਸ ਦੀ ਗੱਲ ਕਰਾਂ, ਸਭ ਤੋਂ ਪਹਿਲਾਂ ਬੇਸਿਕ ਕੈਮੀਕਲਸ ਵਿੱਚੋਂ ਕੀ ਕੁਛ ਲੈ ਕੇ ਆਉਂਦੇ ਨੇ। ਸੋਡਾ ਐਸ਼ ਲੈ ਕੇ ਆਉਂਦੇ ਨੇ, ਸੋਡੀਅਮ ਬਾਈਕਾਰਬੋਨੇਟ ਲੈ ਕੇ ਆਉਂਦੇ ਅਤੇ ਸਾਲਟ ਲੈ ਕੇ ਆਉਂਦੇ ਨੇ। ਹੁਣ ਗੱਲ ਕਰੀਏ ਸੋਡਾ ਐਸ਼ ਸਭ ਤੋਂ ਮੇਨਲੀ ਯੂਜ਼ ਹੁੰਦਾ ਜੀ ਗਲਾਸ ਬਣਾਉਣ ਵਿੱਚ। ਅਨਦਰ ਡਿਟਰਜੈਂਟ ਵੀ ਬਣਦੇ ਨੇ, ਟੈਕਸਟਾਈਲਸ ਵਿੱਚ ਵੀ ਯੂਜ਼ ਹੁੰਦਾ ਹੈ। ਬਟ ਜੇ ਮੈਂ ਗੱਲ ਕਰਾਂ, ਸਭ ਤੋਂ ਮੇਨ ਇਹਨਾਂ ਦਾ ਪ੍ਰੋਡਕਟ ਬਣਦਾ ਹੀ ਗਲਾਸਿਸ, ਚਾਹੇ ਵਿੰਡੋ ਗਲਾਸਿਸ ਨੇ, ਬੋਟਲਸ ਬਣਦੀਆਂ ਨੇ, ਮਿਰਰਸ ਬਣਦੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਗਲਾਸਿਸ ਬਣਾਏ ਜਾਂਦੇ ਆ ਸੋਡਾ ਐਸ਼ਿਸ ਤੋਂ। ਸੋ ਇਹਨਾਂ ਦੇ ਬੇਸਿਕ ਕੈਮੀਕਲ ਜਿੱਥੇ ਮੇਨਲੀ ਇਹ ਗਲਾਸਿਸ ਬਣਾਉਂਦੇ, ਡਿਟਰਜੈਂਟ ਬਣਾਉਂਦੇ ਆ ਅਤੇ ਐਡੀਸ਼ਨਲ ਟੈਕਸਟਾਈਲ ਵਿੱਚ ਵੀ ਯੂਜ਼ ਹੁੰਦਾ। ਫਿਰ ਗੱਲ ਕਰੀਏ ਇਹਨਾਂ ਦੇ ਸਪੈਸ਼ਲਿਟੀ ਕੈਮੀਕਲਸ ਪਹਿਲਾਂ ਦੱਸਦਾ ਕਿ ਬੇਸਿਕ ਕੈਮੀਕਲਸ ਅਤੇ ਸਪੈਸ਼ਲਿਟੀ ਕੈਮੀਕਲਸ ਕਿਹੜੇ ਡਿਫਰੈਂਸ ਕੀ ਹੁੰਦਾ। ਬੇਸਿਕ ਕੈਮੀਕਲਸ ਉਹ ਹੁੰਦੇ ਆ ਜਿਹੜੇ ਵੱਡੀ ਮਾਤਰਾ 'ਚ ਬਣਾਏ ਜਾ ਸਕਦੇ ਆ। ਸਪੈਸ਼ਲਿਟੀ ਕੈਮੀਕਲਸ ਉਹ ਹੁੰਦੇ ਆ ਜਿਹੜੇ ਥੋੜ੍ਹੀ ਮਾਤਰਾ 'ਚ ਬਣਦੇ ਆ। ਸੋ ਸਪੈਸ਼ਲਿਟੀ ਕੈਮੀਕਲਸ 'ਚ ਇਹਨਾਂ ਦੇ ਮੇਨਲੀ ਕਿਹੜੇ ਪ੍ਰੋਡਕਟ ਨੇ, ਐਗਰੋ ਕੈਮੀਕਲਸ ਨੇ, ਨਿਊਟ੍ਰੀਸ਼ਨਲ ਸੋਲਿਊਸ਼ਨਸ ਨੇ ਅਤੇ ਐਡਵਾਂਸਡ ਮਟੀਰੀਅਲਸ ਨੇ। ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਐਗਰੋ ਕੈਮੀਕਲਸ ਵਿੱਚ ਇਹ ਬਾਇਓ ਪੈਸਟੀਸਾਈਡਸ ਬਣਾਉਂਦੇ ਨੇ, ਸਿਲਿਕਾ ਬਣਾਉਂਦੇ ਨੇ, ਜੋ ਕਿ ਇੱਕ ਫਰੈਂਡਲੀ ਯੂਜ਼ ਲਈ ਵੀ ਹੈ। ਐਡ ਔਨ ਜਿਹੜਾ ਐਡਵਾਂਸਡ ਮਟੀਰੀਅਲ ਹੈ ਉਹ ਹੈ ਲੀਥੀਅਮ ਆਇਨ ਬੈਟਰੀਜ਼। ਆਪਣੇ ਸਾਰੇ ਵੀ ਇਹਨਾਂ ਨੂੰ ਪਤਾ ਕਿ ਆਉਣ ਵਾਲਾ ਟਾਈਮ ਈਵੀ ਦਾ ਰਹਿਣ ਵਾਲਾ, ਠੀਕ ਹੈ। ਈਵੀਜ਼ ਕਾਰਾਂ ਵਿੱਚ ਲੀਥੀਅਮ ਦੀਆਂ ਬੈਟਰੀਜ਼ ਯੂਜ਼ ਹੋ ਰਹੀਆਂ ਅਤੇ ਲੀਥੀਅਮ ਦੀ ਜਿੱਥੇ ਹੈ ਕਿ ਜ਼ਿਆਦਾ ਬਿਜਲੀ ਨੂੰ ਸਟੋਰ ਕਰਦਾ ਹੈ। ਸੋ ਟੋਟਲੀ ਇਹ ਕੰਪਨੀ ਉਸ 'ਤੇ ਫੋਕਸ ਕਰ ਰਹੀ ਹੈ ਜਿੱਥੇ ਲੀਥੀਅਮ ਆਇਨ ਬੈਟਰੀਜ਼ ਵੀ ਬਣ ਰਹੀਆਂ। ਫਿਰ ਥਰਡ ਪ੍ਰੋਡਕਟ ਦੀ ਗੱਲ ਕਰਾਂ, ਕੰਜ਼ਿਊਮਰ ਪ੍ਰੋਡਕਟ ਵਿੱਚ ਇਹ ਕੀ ਕੁਛ ਲਾਂਚ ਕਰ ਰਹੇ ਨੇ। ਟਾਟਾ ਸਾਲਟ, ਟਾਟਾ ਸੰਪਨ ਅਤੇ ਟਾਟਾ ਸਵਸ਼। ਮੇਰੇ ਖਿਆਲ ਨਹੀਂ ਤਾਂ ਟਾਟਾ ਸਾਲਟ ਦਾ ਨਾਮ ਹੀ ਨਮਕ ਦਾ ਸਾਰਿਆਂ ਨੇ ਸੁਣਿਆ ਹੋਇਆ। ਟਾਟਾ ਸੰਪਨ ਵਿੱਚ ਜਿੱਥੇ ਪਲਸਿਸ ਐਂਡ ਸਪਾਈਸਿਸ ਲੈ ਕੇ ਆਉਂਦੇ ਨੇ। ਐਡ ਔਨ ਗੱਲ ਕਰੀਏ ਟਾਟਾ ਸਵਸ਼ ਜਿੱਥੇ ਵਾਟਰ ਪਿਊਰੀਫਾਇਰਸ ਲੈ ਕੇ ਆਉਂਦੇ ਨੇ, ਠੀਕ ਹੈ। ਸੋ ਕੰਪਨੀ ਇੱਥੇ ਵੀ ਆਪਣਾ ਪ੍ਰੋਪਰਲੀ ਯੋਗਦਾਨ ਪਾ ਰਹੀ ਹੈ। ਹੁਣ ਮੇਨ ਗੱਲ ਹੈ ਕਿ ਕੰਪਨੀ ਡਿਵਰਸੀਫਿਕੇਸ਼ਨ ਵਿੱਚ, ਜੇ ਆਪਾਂ ਇਕੱਲੇ ਟਾਟਾ ਕੈਮੀਕਲਸ ਦੀ ਗੱਲ ਕਰੀਏ ਨਾ, ਇੱਥੇ ਪ੍ਰੋਪਰਲੀ ਡਿਵਰਸੀਫਾਈਡ ਆ। ਐਡ ਔਨ ਇਹ ਅਨਦਰ ਗ੍ਰੀਨ ਟੈਕਨੋਲੋਜੀਜ਼ ਵਿੱਚ ਵੀ ਵਰਕ ਕਰ ਰਹੀ ਹੈ, ਠੀਕ ਹੈ। ਗ੍ਰੀਨ ਟੈਕਨੋਲੋਜੀ ਵਿੱਚ ਇਹਨਾਂ ਦੇ ਪ੍ਰੋਡਕਟ ਇੱਦਾਂ ਦੇ ਵੀ ਨੇ ਜਿਹੜੇ ਕਿ ਕਹਿ ਲਓ ਕਿ ਵਾਟਰ ਮੈਨੇਜਮੈਂਟ ਵਿੱਚ ਹੈਲਪ ਕਰਦੇ, ਵਾਟਰ ਨੂੰ ਪਿਊਰੀਫਾਈ ਕਰਨ ਦੇ ਵਿੱਚ ਹੈਲਪ ਕਰਦੇ ਆ। ਸੋ ਐਡ ਔਨ ਇਹ ਰੀਨਿਊਏਬਲ ਐਨਰਜੀ ਵਿੱਚ ਵੀ ਕੰਮ ਕਰ ਰਿਹਾ। ਸੋ ਜਿਹੜਾ ਟਾਟਾ ਕੈਮੀਕਲ ਦੀ ਕੰਪਨੀ ਹੈ ਇੱਕ ਡਿਵਰਸੀਫਾਈ ਲੈਵਲ 'ਤੇ ਕੰਮ ਕਰਦੀ ਹੈ। ਜੇ ਹੁਣ ਆਪਾਂ ਇਹਦੀ ਗੱਲ ਕਰੀਏ ਫੰਡਾਮੈਂਟਲਸ ਦੀ, ਇੱਕ ਵਾਰੀ ਆਪਾਂ ਇਹਦੇ ਫੰਡਾਮੈਂਟਲ ਦੇਖ ਲਈਏ ਟਾਟਾ ਕੈਮੀਕਲਸ ਦੇ। 29,000 ਕਰੋੜ ਦੀ ਲਗਭਗ ਕੰਪਨੀ ਹੈ, 29,600 ਕਰੋੜ ਦੀ ਕੰਪਨੀ ਹੈ, ਠੀਕ ਹੈ ਜੀ। ਜੇ ਮੈਂ ਗੱਲ ਕਰਾਂ ਕੰਪਨੀ ਦੀ ROE ਪਿਛਲੇ 5 ਸਾਲਾਂ ਦੀ 13%, 3 ਸਾਲਾਂ ਦੀ 7%, ਇਸ ਸਾਲ ਦੀ ਤੁਹਾਨੂੰ ਸਿਰਫ 2% ਦਿਖੇਗੀ, ਠੀਕ ਹੈ ਜੀ। ROE ਘੱਟ ਦਿਖ ਰਹੀ ਹੈ ਇਸ ਸਾਲ ਦੀ, ਬਟ ਆਪਾਂ ਆਲ ਓਵਰ ਗੱਲ ਕਰਦੇ ਹਾਂ ਫਿਰ ਆਪਾਂ ਇਹਦੀ ਗੱਲ ਕਰਾਂਗੇ। ਪ੍ਰਾਈਸ ਟੂ ਬੁੱਕ ਵੈਲਿਊ 1.33, ਪ੍ਰਾਈਸ ਟੂ ਸੇਲ 1.98, ਠੀਕ ਹੈ ਜੀ। EV ਬੀਟਾ 12.5, ਪੈਗ ਰੇਸ਼ੀਓ ਮਾਈਨਸ ਵਿੱਚ ਦਿਖ ਰਿਹਾ -2.88, ਕੋਈ ਗੱਲ ਨਹੀਂ। P ਰੇਸ਼ੀਓ 38 ਅਤੇ ਇੰਡਸਟਰੀ P 38। ਵੈਲੂਏਸ਼ਨ ਬੇਸ 'ਤੇ ਕੰਪਨੀ ਸਸਤੀ ਹੈ, ਕੋਈ ਗੱਲ ਨਹੀਂ। ਪੈਗ ਰੇਸ਼ੀਓ ਇੱਥੇ ਸਾਨੂੰ ਮਾਈਨਸ ਦਿਖ ਰਿਹਾ, ਬਟ ਇਹਦਾ ਮਤਲਬ ਇਹ ਨਹੀਂ ਗਾ ਕਿ ਕੰਪਨੀ ਮਾੜੀ ਹੈ, ਕਿਉਂਕਿ ਇਹ ਕੰਪਨੀ ਬ੍ਰਾਂਡ ਵੈਲਿਊ ਦੇ ਨਾਲ ਜੁੜੀ ਹੋਈ ਹੈ। ਜਿਹੜੇ ਬ੍ਰਾਂਡਸ ਹੁੰਦੇ ਆ ਨਾ, ਉਹ ਟਰਨਓਵਰ ਹੁੰਦੇ ਨੇ, ਉਹ ਬਹੁਤ ਛੇਤੀ ਰਿਕਵਰ ਵੀ ਕਰ ਜਾਂਦੇ, ਉੱਥੇ ਆਪਾਂ ਨੂੰ ਇੰਨਾ ਸੋਚਣ ਦੀ ਲੋੜ ਨਹੀਂ। ਹੁਣ ਗੱਲ ਕਰੀਏ ਟੈਕਨੀਕਲੀ ਜੇ ਮੈਂ ਗੱਲ ਕਰਾਂ, ਕੰਪਨੀ ਨੇ ਪਿਛਲੇ 2021 ਤੋਂ ਲੈ ਕੇ
ਤੇ ਗੱਲ ਕਰਾਂ 2024 ਹੁਣ ਦੇ ਟਾਈਮ ਤੱਕ 800 ਤੋਂ ਲੈ ਕੇ 1200 ਤੱਕ ਗਈ ਹੈ। ਪ੍ਰੈਜ਼ੈਂਟ ਟਾਈਮ ਵੀ 1200 ਤੋਂ ਥੱਲੇ ਚੱਲ ਰਹੀ ਹੈ, ਕੁਝ ਖਾਸ ਰਿਟਰਨ ਨਹੀਂ ਦਿੱਤਾ। ਪ੍ਰੈਜ਼ੈਂਟ ਟਾਈਮ ਕੰਪਨੀ ਇੱਕ ਅਕਿਊਮੂਲੇਸ਼ਨ ਫੇਸ ਵਿੱਚ ਚੱਲ ਰਹੀ ਹੈ। ਅਕਿਊਮੂਲੇਸ਼ਨ ਫੇਸ ਵਿੱਚ ਗੱਲ ਕਰੀਏ ਤਾਂ ਉੱਥੇ ਇੱਕ ਪੈਟਰਨ ਬਣ ਰਿਹਾ, ਇੱਕ ਚੈਨਲ ਬਣ ਰਿਹਾ। ਧਿਆਨ ਨਾਲ ਦੇਖੋ ਤਾਂ ਕੰਪਨੀ ਉਸ ਚੈਨਲ ਵਿੱਚ ਕਿਤੇ ਉੱਪਰ ਜਾਂਦੀ ਹੈ, ਥੱਲੇ ਜਾਂਦੀ ਹੈ, ਉੱਪਰ ਜਾਂਦੀ ਹੈ, ਥੱਲੇ ਜਾਂਦੀ ਹੈ, ਠੀਕ ਹੈ। ਇੱਕ ਰਾਈਜ਼ਿੰਗ ਚੈਨਲ ਹੈ। ਰਾਈਜ਼ਿੰਗ ਤੁਸੀਂ ਇਹਨੂੰ ਰੈਕਟੈਂਗੂਲਰ ਚੈਨਲ ਵੀ ਕਹਿ ਸਕਦੇ ਹੋ, ਕੋਈ ਵੀ ਨਾਮ ਦੇ ਸਕਦੇ ਹੋ, ਮੈਟਰ ਨਹੀਂ ਕਰਦਾ ਉਹ, ਬਟ ਮੈਟਰ ਕਰਦਾ ਹੈ ਕਿ ਇਹ ਚੈਨਲ ਜਦੋਂ ਟੁੱਟੇਗਾ ਉਦੋਂ ਸਾਨੂੰ ਕੀ ਵੈਲਿਊ ਨਿਕਲ ਕੇ ਆਏਗੀ। ਚੈਨਲ ਉੱਤੇ ਨੂੰ ਟੁੱਟੇਗਾ, ਓਬਵੀਅਸਲੀ ਸਾਨੂੰ ਇੱਕ ਬਹੁਤ ਬੁਲਿਸ਼ ਰਨ ਮਿਲੇਗਾ, ਬਟ ਜਿਹੜੇ ਰਾਈਜ਼ਿੰਗ ਚੈਨਲ ਹੁੰਦੇ ਆ ਨਾ ਜ਼ਿਆਦਾਤਰ ਥੱਲੇ ਨੂੰ ਟੁੱਟਦੇ ਆ। ਬਟ ਇੱਕ ਚੀਜ਼ ਦੱਸਦਾ, ਜਦੋਂ ਕੰਪਨੀ ਫੰਡਾਮੈਂਟਲ ਸਟਰੋਂਗ ਹੋਵੇ ਨਾ, ਤੁਹਾਨੂੰ ਇਹ ਚੈਨਲਸ 'ਤੇ ਜ਼ਿਆਦਾ ਸੋਚਣ ਦੀ ਲੋੜ ਨਹੀਂ। ਬੋਟਮ 'ਤੇ ਬਾਈ ਕਰੋ, ਉੱਪਰ ਜਾਂਦੀ ਹੈ, ਓਬਵੀਅਸਲੀ ਇਹਦੇ ਵਿੱਚ ਪ੍ਰੋਫਿਟ ਗੇਨਿੰਗ ਹੋਏਗੀ। ਬਟ ਜੇ ਇਹਦਾ ਬੋਟਮ ਟੁੱਟਦਾ ਵੀ ਹੈ, ਕਹਿ ਲਓ ਕਿ ਇੱਕ ਸਿਨੈਰੀਓ ਨਿਕਲ ਕੇ ਆਉਂਦਾ ਕੰਪਨੀ ਲੋਸ ਵਿੱਚ ਚਲੀ ਗਈ, ਜਾਂ ਕਿ ਆਲ ਓਵਰ ਬਾਹਰ ਦਾ ਕੋਈ ਸੈਂਟੀਮੈਂਟ ਇਹੋ ਜਿਹੇ ਹੁੰਦੇ ਕਿ ਕੰਪਨੀ ਥੱਲੇ ਨੂੰ ਟੁੱਟਦੀ ਹੈ, ਜੇ ਥੱਲੇ ਨੂੰ ਵੀ ਟੁੱਟਦੀ ਹੈ ਨਾ, ਅਨਦਰ ਓਪਰਚੁਨਿਟੀ ਹੋਏਗੀ ਇਹਨੂੰ ਐਵਰੇਜ ਕਰਨ ਦੀ, ਨਾ ਕਿ ਇਹਨੂੰ ਐਗਜ਼ਿਟ ਕਰਨ ਦੀ। ਇਹਦੇ ਸਟਾਪ ਲਾਸ ਲਾਉਣ ਦੀ ਲੋੜ ਨਹੀਂ, ਕਿਉਂਕਿ ਮੈਨੂੰ ਪਤਾ ਹੈ ਕਿ ਟਾਟਾ ਕੈਮੀਕਲ ਇੱਕ ਬ੍ਰਾਂਡ ਵੈਲਿਊ ਹੈ, ਠੀਕ ਹੈ। ਗਲੋਬਲੀ ਲੈਵਲ 'ਤੇ ਵੀ ਇਹਨਾਂ ਨੇ ਆਪਣੇ ਪੈਰ ਪਸਾਰੇ ਹੋਏ ਆ, ਬ੍ਰਾਂਡ ਵੈਲਿਊ ਹੈ। ਅਨਦਰ ਉਹਨਾਂ ਚੀਜ਼ਾਂ 'ਤੇ ਵਰਕ ਕਰ ਰਿਹਾ ਜਿਨ੍ਹਾਂ ਦੀ ਫਿਊਚਰ ਵਿੱਚ ਡਿਮਾਂਡ ਰਹਿਣੀ ਹੀ ਰਹਿਣੀ ਹੈ। ਸੋ ਇੱਕ ਸਟੈਡੀ ਗਰੋਥ ਤੁਹਾਨੂੰ ਇਹ ਦੇ ਕੇ ਜਾ ਸਕਦੇ ਜੇ ਆਪਾਂ ਇਹਨੂੰ ਹੋਲਡ ਕਰਦੇ ਹਾਂ ਇੱਕ ਲੌਂਗ ਟਰਮ ਵਿਜ਼ਨ ਤੋਂ। ਅੱਜ ਤੋਂ 5-10 ਸਾਲਾਂ ਲਈ ਹੋਲਡ ਕਰਦੇ ਹਾਂ, ਓਬਵੀਅਸਲੀ ਸਾਨੂੰ ਟਾਟਾ ਕੈਮੀਕਲਸ ਵਿੱਚੋਂ ਬਹੁਤ ਸੋਹਣਾ ਰਿਟਰਨ ਨਿਕਲ ਕੇ ਆ ਸਕਦਾ। ਦੂਸਰੀ ਕੰਪਨੀ ਦਾ ਨਾਮ ਹੈ ਟਾਟਾ ਟੈਕਨੋਲੋਜੀਜ਼। ਟਾਟਾ ਟੈਕਨੋਲੋਜੀ ਦੇ ਬਿਜ਼ਨਸ ਮਾਡਲ ਦੀ ਗੱਲ ਕਰੀਏ ਤਾਂ ਕੰਪਨੀ ਟੋਟਲੀ ਫੋਕਸ ਕਰਦੀ ਹੈ ER&D ਉੱਤੇ। ER&D ਦਾ ਮਤਲਬ ਹੈ ਇੰਜੀਨੀਅਰਿੰਗ ਰਿਸਰਚ ਐਂਡ ਡਿਵੈਲਪਮੈਂਟ, ਜਿੱਥੇ ਐਂਡ ਟੂ ਐਂਡ ਇੰਜੀਨੀਅਰਿੰਗ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ। ਕਿਸੇ ਵੀ ਪ੍ਰੋਡਕਟ ਦਾ ਡਿਜ਼ਾਈਨ, ਡਿਵੈਲਪਮੈਂਟ ਤੇ ਇਨੋਵੇਸ਼ਨ ਇਹ ਕੰਪਨੀ ਕਰਦੀ ਹੈ। ਫਿਰ ਦੂਸਰਾ, ਇਹ ਡਿਜੀਟਲ ਇੰਜੀਨੀਅਰਿੰਗ ਐਂਡ IT ਸਰਵਿਸਿਜ਼ ਵੀ ਦਿੰਦੀ ਹੈ, ਜਿੱਥੇ AI ਟੈਕਨੋਲੋਜੀ, ਡਾਟਾ ਐਨਾਲਾਈਟਿਕਸ ਤੇ ਕਲਾਊਡਸ ਦੀ ਹੈਲਪ ਲਈ ਜਾਂਦੀ ਹੈ ਕਿਸੇ ਵੀ ਮੈਨੂਫੈਕਚਰਿੰਗ ਨੂੰ ਆਪਟੀਮਾਈਜ਼ ਕਰਨ ਲਈ। ਥਰਡ ਗੱਲ ਕਰੀਏ, ਇਹ ਕੰਸਲਟੈਂਸੀਜ਼ ਵੀ ਪ੍ਰੋਵਾਈਡ ਕਰਦੇ ਨੇ। ਹੁਣ ਮੇਨ ਗੱਲ ਕਰੀਏ ਕਿ ਇਹ ਕਿਹੜੀ ਕੀ ਇੰਡਸਟਰੀਜ਼ ਵਿੱਚ ਵਰਕ ਕਰਦੇ ਨੇ। ਪਹਿਲੀ ਇੰਡਸਟਰੀ ਜਿਹਦੇ ਵਿੱਚ ਇਹ ਵਰਕ ਕਰਦੇ ਆ ਉਹ ਆਟੋਮੋਟਿਵ। ਆਟੋਮੋਟਿਵ ਵਿੱਚ ਕੀ ਹੁੰਦੀਆਂ EV ਕਾਰਾਂ। EV ਕਾਰਸ ਦੇ ਜਿੰਨੇ ਵੀ ਡਿਜ਼ਾਈਨਸ ਨੇ, ਇਨੋਵੇਸ਼ਨਸ ਨੇ, ਟ੍ਰਾਂਜੀਸ਼ਨਸ ਨੇ, ਇਹ ਸਾਰਾ ਇਹਦੇ ਉੱਤੇ ਕੰਪਨੀ ਕੰਮ ਕਰਦੀ ਹੈ, ਠੀਕ ਹੈ ਜੀ। ਹੁਣ ਜਿੰਨੀਆਂ ਵੀ EV ਕਾਰਾਂ ਆ ਰਹੀਆਂ, ਜਿੰਨੀਆਂ ਵੀ ਨਵੀਆਂ ਕਾਰਾਂ ਆ ਰਹੀਆਂ, ਉਹ ਹੈਵੀਲੀ ਸੌਫਟਵੇਅਰ ਅਪਲੋਡਡ ਰਹਿੰਦੀਆਂ। ਸੋ ਟੋਟਲੀ ਇਹ ਕੰਪਨੀ ਉਹਨਾਂ ਉੱਤੇ ਫੋਕਸ ਕਰਦੀ ਹੈ। ਦੂਸਰਾ, ਜਿੰਨੇ ਵੀ ਐਰੋਸਪੇਸ ਦੇ ਪ੍ਰੋਡਕਟ ਨੇ, ਐਰੋਸਪੇਸ ਵਿੱਚ ਜਿੰਨੇ ਵੀ ਮੇਜਰ 에ਅਰਕ੍ਰਾਫਟਸ ਆ ਗਏ, ਜਾਂ ਕਹਿ ਲਓ ਕਿ ਜਿੰਨੇ ਵੀ ਡਿਫੈਂਸ ਸੈਕਟਰ ਦੇ ਆਪਣੇ 에ਅਰ ਸਪੇਸ ਦੇ ਪ੍ਰੋਡਕਟਸ ਹੁੰਦੇ ਨੇ, ਉਹਨਾਂ ਉੱਤੇ ਵੀ ਇਹ ਕੰਪਨੀ ਟੋਟਲੀ ਫੋਕਸ ਕਰਦੀ ਹੈ। ਥਰਡ, ਇੰਡਸਟਰੀਅਲ ਮਸ਼ੀਨਰੀ ਐਂਡ ਹਾਈਟੈਕ। ਹੁਣ ਇੰਡਸਟਰੀਅਲ ਮਸ਼ੀਨਰੀ ਵਿੱਚ ਆਈਏ ਤਾਂ ਅੱਜ ਦੇ ਸਮੇਂ 'ਚ ਰੋਬੋਟਿਕਸ ਯੂਜ਼ ਹੁੰਦੇ ਆ। ਅੱਜ ਦੇ ਸਮੇਂ 'ਚ ਮਸ਼ੀਨਾਂ ਜ਼ਿਆਦਾ ਕੰਮ ਕਰਦੀਆਂ, ਠੀਕ ਹੈ ਜੀ। ਉਹਨਾਂ ਦੇ ਵੀ ਆਪਣੇ ਸੌਫਟਵੇਅਰਸ ਹੁੰਦੇ ਨੇ, ਉਹਨਾਂ ਉੱਤੇ ਵੀ ਟੋਟਲੀ ਇਹ ਕੰਪਨੀ ਕਰਦੀ ਹੈ। ਐਡੀਸ਼ਨਲ ਜਿੰਨੀਆਂ ਵੀ ਉਸ ਇੰਡਸਟਰੀਜ਼ ਨੂੰ ਐਨਰਜੀ ਸੋਲਿਊਸ਼ਨਸ ਚਾਹੀਦੇ ਆ, ਉਹ ਵੀ ਇਹ ਕੰਪਨੀ ਪ੍ਰੋਵਾਈਡ ਕਰਦੀ ਹੈ। ਸੋ ਕੰਪਨੀ ਟੋਟਲੀ ਬਿਜ਼ਨਸ ਮਾਡਲ ਵੱਲ ਫੋਕਸ ਕਰੋਗੇ, ਕੰਪਨੀ ਦੇ ਬਿਜ਼ਨਸ ਮਾਡਲ ਵੱਲ, ਤਾਂ ਕੰਪਨੀ ਦਾ ਬਿਜ਼ਨਸ ਮਾਡਲ ਅਜਿਹਾ ਜਿਹੜਾ ਫਿਊਚਰ ਵਿੱਚ ਬਹੁਤ ਵੱਡੀ ਡਿਮਾਂਡ 'ਚ ਰਹਿਣ ਵਾਲਾ। ਸੋ ਬਿਜ਼ਨਸ ਮਾਡਲ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਲੱਗ ਰਹੀ, ਇੱਕ ਫਿਊਚਰ ਦੀ ਡਿਮਾਂਡ ਵਾਲਾ ਹੀ ਬਿਜ਼ਨਸ ਮਾਡਲ ਹੈ। ਹੁਣ ਗੱਲ ਕਰੀਏ ਕੰਪਨੀ ਦੇ ਆਪਾਂ ਫੰਡਾਮੈਂਟਲ ਕੀ ਕਹਿੰਦੇ ਨੇ। ਕੰਪਨੀ ਦੇ ਫੰਡਾਮੈਂਟਲਸ ਉੱਤੇ ਫੋਕਸ ਕਰੀਏ ਤਾਂ ਅਸੀਂ ਟਾਟਾ ਟੈਕਨੋਲੋਜੀਜ਼ 23,000 ਕਰੋੜ ਦਾ ਮਾਰਕੀਟ ਕੈਪ ਹੈ। ROE 21%, 5 ਸਾਲਾਂ ਦਾ 19, 3 ਸਾਲਾਂ ਦਾ 21। ਵੈਲਿਊਏਸ਼ਨ ਬੇਸ 'ਤੇ ਦੇਖੋਗੇ ਤਾਂ ਤੁਹਾਨੂੰ ਓਬਵੀਅਸਲੀ ਇਹ ਕੰਪਨੀ ਮਹਿੰਗੀ ਦਿਖੇਗੀ। 13 ਦੀ ਪ੍ਰਾਈਸ ਟੂ ਬੁੱਕ ਵੈਲਿਊ ਹੈ, 8 ਦੀ ਪ੍ਰਾਈਸ ਟੂ ਸੇਲਸ ਹੈ, ਪੈਗ ਰੇਸ਼ੀਓ 4.88 ਹੈ, EBITDA 41 ਹੈ, ਸਟਾਕ P 66 ਹੈ, ਇੰਡਸਟਰੀ P 39 ਹੈ। ਵੈਲਿਊਏਸ਼ਨ ਬੇਸ 'ਤੇ ਕੰਪਨੀ ਬਹੁਤ ਐਕਸਪੈਂਸਿਵ ਹੈ। ਵੈਲਿਊਏਸ਼ਨ 'ਤੇ ਜਿਹੜੀਆਂ ਕੰਪਨੀਆਂ ਐਕਸਪੈਂਸਿਵ ਹੁੰਦੀਆਂ ਉਹਨਾਂ ਨੂੰ ਮੈਂ ਜ਼ਿਆਦਾਤਰ ਪਿਕ ਬਿਲਕੁਲ ਵੀ ਨਹੀਂ ਕਰਦਾ, ਬਟ ਕਈ ਥਾਵਾਂ 'ਤੇ ਆਪਾਂ ਕਹਿ ਲਓ ਕਿ ਐਕਸੈਪਸ਼ਨਲ ਕੇਸਿਸ ਵੀ ਰੱਖਦੇ ਹਾਂ। ਹਰ ਥਾਂ 'ਤੇ ਆਪਾਂ 100% ਇਹ ਨਹੀਂ ਕਹਿ ਸਕਦੇ ਕਿ ਬਈ ਇਹ ਵੈਲਿਊਏਸ਼ਨ ਬੇਸ 'ਤੇ ਮਹਿੰਗੀ ਹੈ, ਮੈਨੂੰ ਟੱਚ ਵੀ ਨਹੀਂ ਕਰਨਾ। ਕਈ ਕੰਪਨੀਆਂ ਦੇ ਬਿਜ਼ਨਸ ਮਾਡਲ ਬਹੁਤ ਚੰਗੇ ਹੁੰਦੇ ਹੈ, ਥੋੜ੍ਹੀ ਬਹੁਤ ਸਾਨੂੰ ਮਹਿੰਗੀ ਵੀ ਮਿਲਦੀ ਹੈ, ਸਾਨੂੰ ਖਰੀਦ ਲੈਣੀ ਚਾਹੀਦੀ ਹੈ। ਬਿਕੋਜ਼ ਜੇ ਥੱਲੇ ਵੀ ਆਏਗੀ ਅਸੀਂ ਉਹਨੂੰ ਹੋਰ ਐਵਰੇਜ ਕਰ ਲਾਂਗੇ, ਬਟ ਸਾਨੂੰ ਕਦੇ ਵੀ ਉਹਨਾਂ ਵਿੱਚ ਓਪਰਚੁਨਿਟੀ ਨਹੀਂ ਗਵਾਉਣੀ ਚਾਹੀਦੀ। ਸੋ ਵੈਲਿਊਏਸ਼ਨ ਬੇਸ 'ਤੇ ਮਹਿੰਗੀ ਹੈ, ਥੋੜ੍ਹੀ ਬਹੁਤ ਮਹਿੰਗੀ ਹੈ, ਥੋੜ੍ਹੀ ਬਹੁਤ ਨਹੀਂ ਕਾਫੀ ਮਹਿੰਗੀ ਹੈ, ਬਟ ਜੇ ਥੋੜ੍ਹਾ ਬਹੁਤ ਇੱਥੇ ਟਾਈਮ ਗੁਜ਼ਾਰਦੀ ਹੈ ਜਾਂ ਪ੍ਰੋਫਿਟ ਕੱਢਦੀ ਹੈ, ਸਾਨੂੰ ਚੰਗਾ ਪ੍ਰੋਫਿਟ ਦੇ ਕੇ ਜਾ ਸਕਦੀ ਹੈ। ਜੇ ਗੱਲ ਕਰਾਂ ਪ੍ਰਾਈਸ ਦੀ, 1233 ਇਹਦਾ ਮੇਰੇ ਖਿਆਲ 1233 ਕਿਉਂ
ਲਗਭਗ 1313 ਇਹਦਾ ਆਲ ਟਾਈਮ ਹਾਈ ਸੀਗਾ। ਪ੍ਰੈਜ਼ੈਂਟ ਟਾਈਮ ਇਹ 1000 ਰੁਪਏ ਦੇ ਨੇੜੇ ਤੇੜੇ ਹੈ, 1050 ਤੇ ਚੱਲ ਰਹੀ ਹੈ। ਇੱਕ ਕਰੈਕਸ਼ਨ ਫੇਸ ਵੀ ਦਿਖ ਰਿਹਾ ਹੈ। ਸੋ ਮੈਂ ਇਸ ਫੇਸ ਵਿੱਚ ਇਹਨਾਂ ਨੂੰ ਅਕਿਊਮੂਲੇਟ ਕਰ ਰਿਹਾ। ਮੇਰਾ ਟੋਟਲੀ ਫੋਕਸ ਹੈ ਇਹਦੇ ਫਿਊਚਰ ਉੱਤੇ, ਠੀਕ ਹੈ। ਫਿਊਚਰ ਵਿੱਚ ਕੰਪਨੀ ਓਬਵੀਅਸਲੀ ਇੱਕ ਚੰਗਾ ਕੰਮ ਕਰਕੇ ਜਾਏਗੀ, ਚੰਗੀ ਗਰੋਥ ਦੇ ਕੇ ਜਾ ਸਕਦੀ ਹੈ, ਇੱਕ ਸਟੈਡੀ ਗਰੋਥ ਦੇ ਕੇ ਜਾ ਸਕਦੀ ਹੈ। ਮੈਂ ਇਹਨਾਂ ਨੂੰ ਸ਼ਾਰਟ ਟਰਮ ਵਿਜ਼ਨ ਤੋਂ ਬਿਲਕੁਲ ਨਹੀਂ ਬਾਈ ਕਰ ਰਿਹਾ। ਮੇਰਾ ਟੋਟਲੀ ਵਿਜ਼ਨ ਹੈ ਲੌਂਗ ਟਰਮ ਦਾ, ਠੀਕ ਹੈ ਜੀ। ਸੋ ਇਹ ਦੋ ਕੰਪਨੀਜ਼ ਆ ਜਿਨ੍ਹਾਂ ਨੂੰ ਮੈਂ ਲੌਂਗ ਟਰਮ ਲਈ ਅਕਿਊਮੂਲੇਟ ਕਰ ਰਿਹਾ। ਟਾਟਾ ਦੀਆਂ ਬਾਕੀ ਕੰਪਨੀਆਂ ਵੀ ਬਹੁਤ ਵਧੀਆ ਨੇ, ਪਰ ਜੇ ਮੈਂ ਉਹਨਾਂ ਕੰਪਨੀਆਂ ਦੀ ਗੱਲ ਕਰਾਂ ਨਾ, ਉਹ ਬਹੁਤ ਜ਼ਿਆਦਾ ਰੈਲੀ ਦੇ ਚੁੱਕੀਆਂ ਨੇ। ਪਿਛਲੇ ਟਾਈਮ ਦੀ ਗੱਲ ਕਰੋ, ਟਾਟਾ ਮੋਟਰਸ 64 ਰੁਪਏ ਤੋਂ 1000 ਤੱਕ ਪਹੁੰਚ ਚੁੱਕਿਆ। ਅਨਦਰ ਵੀ ਕੰਪਨੀਜ਼ ਦੀ ਗੱਲ ਕਰੋਗੇ, ਬੜੇ ਵੱਡੇ ਰਿਟਰਨ ਦੇ ਚੁੱਕੀਆਂ। ਸੋ ਇਹ ਦੋ ਅਜਿਹੀਆਂ ਕੰਪਨੀਆਂ ਜਿਹੜੀਆਂ ਮੈਨੂੰ ਲੱਗਦਾ ਕਿ ਇਹਨਾਂ ਨੇ ਹਜੇ ਉਸ ਲੈਵਲ ਦੇ ਰਿਟਰਨ ਨਹੀਂ ਦਿੱਤੇ। ਟਾਟਾ ਟੈਕਨੋਲੋਜੀ ਤਾਂ ਆਈ ਹੀ ਹੁਣ ਹੈ, ਟਾਟਾ ਕੈਮੀਕਲ ਨੇ ਉਸ ਲੈਵਲ ਦਾ ਰਿਟਰਨ ਨਹੀਂ ਦਿੱਤਾ। ਐਡੀਸ਼ਨਲ ਉਹ ਇੱਕ ਕੰਸੋਲੀਡੇਸ਼ਨ ਜ਼ੋਨ 'ਚ ਚੱਲ ਰਹੀ ਹੈ। ਸੋ ਇਹ ਦੋ ਅਜਿਹੀਆਂ ਕੰਪਨੀਆਂ ਹੈ, ਜੇ ਅਸੀਂ ਇਹਨਾਂ ਨੂੰ ਲੰਮਾ ਸਮਾਂ ਹੋਲਡ ਕਰੀਏ ਸਾਨੂੰ ਬਹੁਤ ਸੋਹਣੇ ਰਿਟਰਨ ਨਿਕਲ ਕੇ ਆ ਸਕਦੇ ਇਹਨਾਂ 'ਚੋਂ। ਸੋ ਬੈਸਟ ਕੰਪਨੀਆਂ ਜੋ ਲੱਗੀਆਂ ਤੁਹਾਡੇ ਨਾਲ ਸ਼ੇਅਰ ਕੀਤੇ ਆ, ਬਟ ਬਾਈ ਸੈਲ ਕਰਨ ਤੋਂ ਪਹਿਲਾਂ ਆਪਣਾ ਐਨਾਲਿਸਿਸ ਜ਼ਰੂਰ ਕਰ ਲਿਓ ਜੇ। ਸੋ ਲਾਸਟ ਤੇ ਇਸ ਵੀਡੀਓ ਨੂੰ ਐਂਡ ਕਰਦੇ ਹਾਂ, ਤੇ ਇੱਕ ਵਾਰ ਫਿਰ ਰਤਨ ਟਾਟਾ ਜੀ ਨੂੰ ਆਪਣੇ ਵੱਲੋਂ ਦਿਲੋਂ ਸ਼ਰਧਾਂਜਲੀ। ਸੋ ਲਾਸਟ ਤੇ ਸਾਰੇ ਵੀਰਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।